ਫਿਰੋਜ਼ਪੁਰ ਨਾਰਕੋਟਿਕ ਸੈੱਲ ਨੇ 3 ਪੁਲਿਸ ਮੁਲਾਜ਼ਮ ਕੀਤੇ ਬਰਖਾਸਤ। 2 ਲੋਕਾਂ ਨੂੰ ਡਰੱਗ ਦੇ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਲੱਗੇ ਸੀ ਇਲਜ਼ਾਮ। ਵਿਭਾਗੀ ਜਾਂਚ ਤੋਂ ਬਾਅਦ ਹੋਇਆ ਐਕਸ਼ਨ। ਅੱਤਵਾਦੀ ਕਹਿਣ ਤੋਂ ਬਾਅਦ ਹੁਣ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ। ਐਮਪੀ ਮਾਨ ਦੇ ਬੇਟੇ ਨੇ ਐਸਜੀਪੀਸੀ ਨੂੰ ਮੰਗ ਪੱਤਰ ਸੌਂਪ ਕੇ ਕਿਹਾ ਸਿੱਖ ਅਜਾਇਬ ਘਰ ਦੇ ਵਿੱਚੋਂ ਹਟਾਈ ਜਾਵੇ ਨਾਸਤਿਕ ਇਨਸਾਨ ਦੀ ਤਸਵੀਰ। संयुक्त किसान मोर्चे च वधिया पार। डल्लेवाल कक्का ने राज्यपाल होना दे उत्ते लगाए इल्जाम। दिल्ली तो मोर्चा वापसी का फैसला दस्सिया एक तरफा। क्या चोरी चोरी सरकार दे नाल मिलके समझौता करके आए सी राज्यपाल। कादियां ते बुरज गिल ते कुलवंत संधू। आम आदमी पार्टी दे उत्ते विरोधी ते हमलावर। आम आदमी क्लिनिक नूं लैके छिड़िया सियासी संग्राम। विरोधियों का इल्जाम पहला तो मौजूद इमारत के उत्ते खर्चे 18 लाख। क्लिनिक का नाम आम आदमी रखने ते भी इतराज। तो आम आदमी पार्टी का पलटवार। बंद पईयां इमारतों की वरतों तो क्यों है दिक्कत। संगरूर दे विच बेरोजगार अध्यापकों के उत्ते वाटर कैन का इस्तेमाल। पुलिस के नाल प्रदर्शनकारियों की जोरदार झड़प। सीएम रिहाइश के घिराव की कर रहे सन कोशिश। शिमला दे विच सेब दे नाल लदे ट्रक दे ब्रेक होए फेल। ट्रक दी टक्कर तो बाद 30 गड्डियां नुकसानियां गईयां। हिमाचल दे लोक गायक विक्की चौहान दी गड्डी भी आई लपेट च। 6 लोग होए जख्मी। द्रौपदी मुर्मू बने देश के 15वें राष्ट्रपति। हल्फ लैंड तो बाद बोले लोकतंत्र की शक्ति ने इत्थों तक पहुंचाया। मेरा राष्ट्रपति बनना हर गरीब की प्राप्ति। सत श्री अकाल, स्वागत है गौरव शुक्ला। मैं हूं तुहाडे नाल हाज़र हां फर्क तां पैंदा है लैके। फर्क तां पैंदा दी शुरुआत अज असीं करांगे शहीद आजम भगत सिंह तो। शहीद आजम भगत सिंह दा नाम बहुत खूब चर्चा दे विच हमेशा तो रहिंदा है, पर हुण उन्हां दी तस्वीर नूं लैके सवाल चुके जा रहे हैं, इस करके उन्हां दा नाम चर्चा च है। शहीद आजम भगत सिंह दी शहादत दे उत्ते सिमरनजीत सिंह मान तो बाद हुण उन्हां दे बेटे ईमान सिंह मान ने भी सवाल चुके ने। फिर मैंने मुजरिम ही कहा है और क्या कहा है? आपने आतंकवादी कहा है सर। तो आतंकवादी भी तो मुजरिम ही होता है। नास्तिक है ਜਿਹੜੇ ਮੰਨਦੇ ਨਹੀਂ ਉਹਨਾਂ ਦੇ ਅਸੀਂ ਤਸਵੀਰਾਂ ਨੂੰ ਦੇਖਣ ਆ ਰਹੇ ਹੈਗੇ ਆ। ਇਹ ਅੱਜ ਦਾ ਮੁੱਦਾ। ਇੱਕ ਪਾਸੇ ਐਮਪੀ ਸਿਮਰਨਜੀਤ ਸਿੰਘ ਮਾਨ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਾਤਲ ਕਹਿ ਰਹੇ ਨੇ, ਪਰ ਉਹਨਾਂ ਦੇ ਬੇਟੇ ਈਮਾਨ ਸਿੰਘ ਮਾਨ ਆਪਣੇ ਪਿਤਾ ਸਿਮਰਨਜੀਤ ਸਿੰਘ ਮਾਨ ਤੋਂ ਵੀ 2 ਕਦਮ ਅੱਗੇ ਨਿਕਲੇ ਤੇ ਈਮਾਨ ਸਿੰਘ ਮਾਨ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਕੇ ਸਿੱਖ ਅਜਾਇਬ ਘਰ ਦੇ ਵਿੱਚੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕਰ ਦਿੱਤੀ। ਇਹ ਹੁਣ ਮੁੱਦਾ ਦਿਮਾਗ 'ਚ ਉੱਭਰਿਆ ਹੈਗਾ। ਇਹਦੇ ਬਾਰੇ ਮੈਂ ਸਪਸ਼ਟ ਪੁੱਛ ਰਿਹਾ ਕਿ ਇਹ ਹਰੀ ਕਾ ਮੰਦਿਰ ਇੱਥੇ ਹਰੀ ਨੂੰ ਪੂਜਣ ਆ ਰਹੇ ਹੈ ਕਿ ਜਿਹੜੇ ਨਾਸਤਿਕ ਹੈ ਜਿਹੜੇ ਮੰਨਦੇ ਨਹੀਂ ਉਹਨਾਂ ਦੇ ਅਸੀਂ ਤਸਵੀਰਾਂ ਨੂੰ ਦੇਖਣ ਆ ਰਹੇ ਹੈਗੇ ਆ। ਸਵਾਲ ਜਦੋਂ ਇਹ ਪੁੱਛਿਆ ਗਿਆ ਕਿ ਉਹ ਭਗਤ ਸਿੰਘ ਨੂੰ ਦੇਸ਼ ਭਗਤ ਮੰਨਦੇ ਨਹੀਂ, ਇਸ ਤੇ ਵੀ ਮਾਨ ਦਲ ਦੇ ਵੱਲੋਂ ਜਵਾਬ ਦਿੱਤਾ ਗਿਆ। ਸਿੱਖ ਕੌਮ ਜਿਹਦਾ ਅੱਜ ਤੱਕ ਕੋਈ ਘਰ ਨਹੀਂ ਬਣਿਆ, ਜਿਹਦਾ ਮੁਲਕ ਨਹੀਂ ਬਣਿਆ ਪੂਰੇ ਵਰਲਡ ਦੇ ਵਿੱਚ, ਉਹ ਇਹਨਾਂ ਨੂੰ ਕਿਸ ਤਰ੍ਹਾਂ ਅਸੰਤ ਕਰ ਲੂਗੀ ਕਿ ਸਾਡੇ ਤੋਂ ਥੋਪ ਦਿੱਤਾ ਜਾਊਗਾ ਕਿ ਇਹ ਤੁਹਾਡੇ ਸੀ। ਈਮਾਨ ਸਿੰਘ ਮਾਨ ਨੇ ਨਾਸਤਿਕ ਭਗਤ ਸਿੰਘ ਨੂੰ ਦੱਸਿਆ, ਪਰ ਸਵਾਲ ਹੈ ਕਿ ਨਾਸਤਿਕ ਹੋਣ ਦੇ ਤਰਕ ਨਾਲ ਹੀ ਭਗਤ ਸਿੰਘ ਦੀ ਸ਼ਹਾਦਤ ਨੂੰ ਰੱਦ ਕੀਤਾ ਜਾ ਸਕਦਾ ਹੈ। ਕਿ ਭਗਤ ਸਿੰਘ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਉਹ ਨਾਸਤਿਕ ਕਿਉਂ ਨੇ, ਤਾਂ ਨਾਸਤਿਕ ਭਗਤ ਸਿੰਘ ਕਿਉਂ ਸੀ ਇੱਕ ਉਹਨਾਂ ਦੀ ਕਿਤਾਬ ਦੇ ਜ਼ਰੀਏ ਜਾਣਿਆ ਜਾ ਸਕਦਾ ਹੈ। ਪਰ ਦੂਜੇ ਪਾਸੇ ਕਿਉਂਕਿ ਭਗਤ ਸਿੰਘ ਦੀ ਕੁਰਬਾਨੀ ਤਾਂ ਬਹੁਤ ਵੱਡੀ ਸੀ, ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਦੇਸ਼ ਦੇ ਲਈ, ਤਾਂ ਉਹਨਾਂ ਦੀ ਕੁਰਬਾਨੀ ਨੂੰ ਖਾਰਿਜ ਕੋਈ ਕਿਵੇਂ ਤੇ ਕਿਉਂ ਕਰ ਸਕਦਾ ਹੈ। ਉਧਰ ਈਮਾਨ ਸਿੰਘ ਮਾਨ ਨੇ ਐਸਜੀਪੀਸੀ ਨੂੰ ਇੱਕ ਚਿੱਠੀ ਲਿਖੀ ਹੈ, ਇੱਕ ਮੰਗ ਪੱਤਰ ਸੌਂਪਿਆ, ਜਿਸ ਤੋਂ ਬਾਅਦ ਈਮਾਨ ਸਿੰਘ ਮਾਨ ਦੇ ਉੱਤੇ ਸਵਾਲ ਵੀ ਖੜੇ ਹੋਏ। ਆਖਿਰ ਚਿੱਠੀ ਦੇ ਵਿੱਚ ਅਜਿਹਾ ਕੀ ਸੀ ਕਿ ਇੰਨਾ ਵਿਵਾਦ ਹੋ ਗਿਆ। ਐਮਪੀ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਭਗਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚੋਂ ਹਟਾਉਣ ਦੇ ਸੰਬੰਧੀ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਈਮਾਨ ਸਿੰਘ ਮਾਨ ਨੇ ਤਰਕ ਦਿੰਦਿਆਂ ਲਿਖਿਆ ਕਿ ਭਗਤ ਸਿੰਘ ਨਾਸਤਿਕ ਸੀ, ਉਹ ਕਿਸੇ ਧਰਮ ਨੂੰ ਨਹੀਂ ਮੰਨਦਾ ਸੀ, ਉਸਨੇ ਸਭ ਧਰਮਾਂ ਦੀ ਮਨੁੱਖਤਾ ਪੱਖੀ ਸੋਚ ਨੂੰ ਰੱਦ ਕੀਤਾ, ਉਸ ਦਾ ਰੱਬ ਦੇ ਵਿੱਚ ਯਕੀਨ ਨਹੀਂ ਸੀ, ਇਸ ਲਈ ਸਿੱਖ ਅਜਾਇਬ ਘਰ ਦੇ ਵਿੱਚ ਉਸ ਦੀ ਤਸਵੀਰ ਕਿਵੇਂ ਹੋ ਸਕਦੀ ਹੈ। ਸਿੱਖ ਅਜਾਇਬ ਘਰ ਦੇ ਵਿੱਚੋਂ ਨਿਰਦੋਸ਼ਾਂ ਦੇ ਕਾਤਲ ਤੇ ਬਣਾਉਟੀ ਤੌਰ ਤੇ ਹਿੰਦੂਤਵ ਤਾਕਤਾਂ ਦੇ ਵੱਲੋਂ ਬਣਾਏ ਗਏ ਸ਼ਹੀਦ ਭਗਤ ਸਿੰਘ ਦੀ ਫੋਟੋ ਫੌਰਨ ਹਟਾਈ ਜਾਵੇ। ਈਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਗੁਰੂ ਦੇ ਘਰ ਦੇ ਵਿੱਚ ਇੱਕ ਨਾਸਤਿਕ ਦੀ ਫੋਟੋ ਨਹੀਂ ਹੋ ਸਕਦੀ।
ਤੇ ਇਸ ਸਭ ਦੇ ਵਿਚਾਲੇ ਮਨਜਿੰਦਰ ਬਿੱਟਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਬੰਦੀ ਸਿੰਘਾਂ ਦੇ ਪੋਸਟਰ ਲਗਾਉਣ ਦੇ ਉੱਤੇ ਇਤਰਾਜ਼ ਜਤਾ ਦਿੱਤਾ ਹੈ। ਬੰਦੀ ਸਿੰਘਾਂ ਤੇ ਪੋਸਟਰ ਤੇ ਲਿਖੋ ਮੌਤ ਦੇ ਸੁਦਾਗਰ ਔਰ ਹਰਮੰਦਰ ਸਾਹਿਬ ਦੇ ਗੇਟ ਦੇ ਉੱਤੇ ਵੀ ਲਗਾਓ ਪੋਸਟਰ। ਹਰਮੰਦਰ ਸਾਹਿਬ ਸਾਰੇ ਧਰਮਾਂ ਦੇ ਲਈ ਸਤਿਕਾਰਯੋਗ ਹੈ ਤੇ ਮਨਜਿੰਦਰ ਬਿੱਟਾ ਦਾ ਸਟੇਟਮੈਂਟ ਸਾਹਮਣੇ ਆਇਆ। ਮਨਜਿੰਦਰ ਬਿੱਟਾ ਇਹ ਸਵਾਲ ਚੁੱਕ ਰਹੇ ਨੇ। ਦਰਅਸਲ ਜਦੋਂ ਜਥੇਦਾਰ ਸਾਹਿਬ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਕਮਜ਼ੋਰ ਹੋਈ ਹੈ ਤਾਂ ਉਸ ਦੇ ਨਾਲ ਹੀ ਉਹਨਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪੋਸਟਰ ਗੁਰੂ ਘਰਾਂ ਦੇ ਵਿੱਚ ਲਗਾਏ ਜਾਣ ਔਰ ਉਹਨਾਂ ਪੋਸਟਰਾਂ ਦੇ ਉੱਤੇ ਹੁਣ ਮਨਜਿੰਦਰ ਬਿੱਟਾ ਸਵਾਲ ਚੁੱਕ ਰਹੇ। हरमंदर साहब हिंदू मुसलमान सिख ईसाई हर धर्म हर मजहब का व्यक्ति नमस्तक करता है। कोई ਇਹੋ ਜਿਹਾ ਮਜ਼ਹਬ ਨਹੀਂ ਜਿਹੜਾ ਉੱਥੇ ਨਮਸਤਕ ਨਹੀਂ ਕਰਦਾ। ਮੈਂ ਉਹਨਾਂ ਨੂੰ ਪੁੱਛਣਾ ਇਹ ਮੌਤ ਦੇ ਉੱਤੇ ਲਿਖੋ, ਜੇ ਤੁਸੀਂ ਲਾਉਣੇ ਆ ਨਾ ਪੋਸਟਰ ਲਾਓ, ਉੱਤੇ ਲਿਖੋ ਮੌਤ ਦੇ ਸੌਦਾਗਰ ਜਿਨ੍ਹਾਂ ਨੇ ਮਾਵਾਂ ਭੈਣਾਂ ਧੀਆਂ ਸਭ ਦੇ ਸੁਹਾਗ ਉਜਾੜੇ, ਬੱਚਿਆਂ ਨੂੰ ਯਤੀਮ ਕੀਤਾ, ਮਾਰ ਮਾਰ ਕੇ ਉਹਨਾਂ ਦੀਆਂ ਖੂਨ ਦੇ ਨਾਲ ਉਹਨਾਂ ਦੀਆਂ ਉਹ ਨਦੀਆਂ ਤੁਸੀਂ ਕਰਵਾਤੀਆਂ। ਇਹ ਲਿਖੋ, ਲਾਈਨਾਂ ਤੇ ਲਾ ਦਿਓ, ਮੈਂ ਤਾਂ ਕਹਿੰਦਾ ਲਾਓ, ਪਰ ਉੱਤੇ ਲਿਖੋ ਇਹ ਮੌਤ ਦੇ ਸੁਦਾਗਰ ਨੇ। ਅਸੀਂ ਕਹਿੰਦੇ ਹਾਂ ਲਾਓ, ਲੋਕਾਂ ਨੂੰ ਪਤਾ ਲੱਗੇ ਮੌਤ ਦੇ ਸੁਦਾਗਰ ਹਰਿਮੰਦਰ ਸਾਹਿਬ ਦੇ ਅੰਦਰ ਵੜਨ ਤੋਂ ਪਹਿਲਾਂ, ਨਮਸਤਕ ਹੋਣ ਤੋਂ ਪਹਿਲਾਂ ਇਹ ਲੋਕ ਦੇਖਣ ਕਿ ਮੌਤ ਦੇ ਸੁਦਾਗਰਾਂ ਲਈ ਸਾਡਾ ਚੜਾਇਆ ਹੋਇਆ ਉੱਥੇ ਪੈਸਾ ਲੰਗਰ ਲਈ, ਮਾਨਵਤਾ ਲਈ, ਐਜੂਕੇਸ਼ਨ ਲਈ, ਸੇਵਾ ਲਈ, ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਅਸੀਂ ਪੈਸਾ ਆਪਣੀ ਦਸਾਂ ਨੋਹਾਂ ਦੀਆਂ ਕਮਾਈਆਂ ਨਾਲ ਜਿਹੜਾ ਉੱਥੇ ਦਿੰਦੇ ਆ ਨਮਸਤਕ ਹੋ ਕੇ, ਉਹ ਪੈਸਾ ਮੌਤ ਦੇ ਸੁਦਾਗਰਾਂ ਲਈ ਲਾਇਆ ਜਾਏਗਾ। ਤਾਂ ਬਿੱਟਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਜੋ ਐਸਜੀਪੀਸੀ ਦੇ ਵੱਲੋਂ ਫੈਸਲਾ ਲਿਆ ਗਿਆ ਉਸ ਦੇ ਉੱਤੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੇ ਜਿਹੜੇ ਨੁਮਾਇੰਦੇ ਨੇ ਲਗਾਤਾਰ ਕੇਂਦਰ ਦੇ ਸਾਹਮਣੇ ਮੰਗ ਚੁੱਕਦੇ ਆ ਰਹੇ ਨੇ। ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਹੁਣ ਸੰਵੇਦਨਸ਼ੀਲ ਇਮਾਰਤਾਂ ਦੇ ਵਿੱਚ ਕਮਾਂਡੋ ਤੈਨਾਤ ਕਰੇਗੀ ਅਤੇ ਬਕਾਇਦਾ ਖਾਲਿਸਤਾਨ ਸਮਰਥਕਾਂ ਦੀ ਇੱਕ ਲਿਸਟ ਵੀ ਬਣਾਏਗੀ। ਪਹਿਲਾਂ ਪੰਜਾਬ ਪੁਲਿਸ ਇੰਨੀ ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੀ ਪਹਿਚਾਣ ਕਰੇਗੀ ਜਿਹੜੀਆਂ ਇਮਾਰਤਾਂ ਦੇ ਵਿੱਚ ਲੋਕਾਂ ਦੀ ਆਵਾਜਾਈ ਜ਼ਿਆਦਾ ਹੈ। ਫਿਰ ਸਿਕਿਉਰਿਟੀ ਰਿਵਿਊ ਕੀਤੀ ਜਾਏਗੀ। ਪਲਾਨ ਹੈ ਕਿ ਸਿਕਿਉਰਿਟੀ ਦੀਆਂ 4 ਤੋਂ 5 ਕੈਟਾਗਰੀਜ਼ ਦੇ ਵਿੱਚ ਵੰਡ ਕੇ ਅਜਿਹੀਆਂ ਸਾਰੀਆਂ ਇਮਾਰਤਾਂ ਦੀ ਐਂਟਰੀ ਦੇ ਉੱਤੇ ਮੈਟਲ ਡਿਟੈਕਟਰ ਲਗਾਏ ਜਾਣਗੇ। ਐਸਐਸਪੀ ਆਫਿਸ, ਜ਼ਿਲ੍ਹਾ ਸਕੱਤਰੇਤ ਅਤੇ ਪੁਲਿਸ ਹੈੱਡਕੁਆਰਟਰਸ ਦੇ ਵਿੱਚ ਵੀ ਸਿਕਿਉਰਿਟੀ ਟਾਈਟ ਹੋਵੇਗੀ। ਜ਼ਿਕਰ ਖਾਸ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਆਫਿਸ ਦੇ ਵਿੱਚ ਰਾਕੇਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਨੂੰ ਪੁਲਿਸ ਹੁਣ ਤੱਕ ਫੜ ਨਹੀਂ ਸਕੀ ਹੈ। ਉੱਥੇ ਆਏ ਦਿਨ ਸਰਕਾਰੀ ਇਮਾਰਤਾਂ ਦੇ ਬਾਹਰ ਜਾਂ ਨਾਲ ਲੱਗਦੀਆਂ ਦੀਵਾਰਾਂ ਦੇ ਉੱਤੇ ਦੇਸ਼ ਵਿਰੋਧੀ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵੀ ਜ਼ਿਆਦਾ ਸਾਹਮਣੇ ਆਉਣ ਲੱਗੇ ਨੇ। ਹੁਣ ਅੱਗੇ ਵਧਦੇ ਤੇ ਵਾਰੀ ਸਾਡੇ ਅੱਜ ਦੇ ਸਵਾਲ ਦੀ। ਰੋਜ਼ਾਨਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਸਵਾਲ ਤੁਹਾਡੇ ਤੋਂ ਪੁੱਛੀਏ ਤੇ ਉਸ ਦੇ ਜ਼ਰੀਏ ਇਤਿਹਾਸ ਦੇ ਪੰਨਿਆਂ ਚੋਂ ਕੁਝ ਤੱਥ ਤੁਹਾਡੇ ਸਾਹਮਣੇ ਤੱਕ ਲੈ ਕੇ ਆਈਏ। ਤਾਂ ਅੱਜ ਦਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਦੇਸ਼ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਸਿਆਸਤਦਾਨ ਕੌਣ ਨੇ? ਤਾਂ ਕੁਝ ਆਪਸ਼ਨ ਤੁਹਾਨੂੰ ਦੇ ਰਹੇ ਹਾਂ। ਆਪਸ਼ਨ ਏ ਪਵਨ ਚਮਲਿੰਗ ਸਿੱਕਿਮ, ਜਾਂ ਬੀ ਨਿਤਿਸ਼ ਕੁਮਾਰ ਬਿਹਾਰ, ਜਾਂ ਪ੍ਰਕਾਸ਼ ਸਿੰਘ ਬਾਦਲ ਆਪਾਂ ਜਾਣਦੇ ਹਾਂ ਪੰਜਾਬ, ਜਾਂ ਜੋਤੀ ਬਸੂ ਪੱਛਮੀ ਬੰਗਾਲ। ਤਾਂ ਇਹ 4 ਆਪਸ਼ਨ ਅਸੀਂ ਤੁਹਾਨੂੰ ਦੇ ਰਹੇ ਹਾਂ। 4 ਆਪਸ਼ਨ ਦੇ ਵਿੱਚੋਂ ਸਹੀ ਆਪਸ਼ਨ ਕੀ ਹੈ, ਕਿਹੜੇ ਸਾਲ ਤੋਂ ਲੈ ਕੇ ਕਦੋਂ ਤੱਕ ਇਹ ਸਿਆਸਤਦਾਨ ਮੁੱਖ ਮੰਤਰੀ ਰਹੇ, ਪੂਰੀ ਜਾਣਕਾਰੀ ਪੂਰੀ ਡਿਟੇਲ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਤਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦੱਸਾਂਗੇ ਇਸ ਸਵਾਲ ਦਾ ਸਹੀ ਜਵਾਬ ਕੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ 15 ਅਗਸਤ ਦੀ ਆਜ਼ਾਦੀ ਦਿਹਾੜਾ ਨੇੜੇ ਹੈ। ਆਜ਼ਾਦੀ ਦਿਹਾੜੇ ਦੇ ਉੱਤੇ ਪੰਜਾਬ ਨੂੰ 75 ਮੁਹੱਲਾ ਕਲੀਨਿਕ ਮਿਲਣੇ ਨੇ। 75 ਮੁਹੱਲਾ ਕਲੀਨਿਕ ਸ਼ੁਰੂ ਹੋਣ ਜਾ ਰਹੇ ਨੇ। ਮੁੱਖ ਮੰਤਰੀ ਮਾਨ ਬੀਤੇ ਦਿਨੀ ਮੁਹੱਲਾ ਕਲੀਨਿਕ ਦਾ ਦੌਰਾ ਵੀ ਕਰਦੇ ਨਜ਼ਰ ਆਏ ਸੀ, ਪਰ ਮੁਹੱਲਾ ਕਲੀਨਿਕ ਨੂੰ ਲੈ ਕੇ ਵਿਰੋਧੀ ਆਮ ਆਦਮੀ ਪਾਰਟੀ ਤੇ ਸਵਾਲ ਚੁੱਕ ਰਹੇ ਨੇ। ਮੁਹੱਲਾ ਕਲੀਨਿਕ ਸੁਵਿਧਾ ਕੇਂਦਰ ਨੂੰ ਮੋਡੀਫਾਈ ਕਰਕੇ ਬਣਾਏ ਜਾ ਰਹੇ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਨੇ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਤੇ ਆਰਟੀਆਈ ਦਾ ਹਵਾਲਾ ਦੇ ਕੇ ਮੁਹੱਲਾ ਕਲੀਨਿਕ ਦੇ ਨਾਮ ਦੇ ਉੱਤੇ ਕਰੋੜਾਂ ਦੀ ਲੁੱਟ ਦਾ ਇਲਜ਼ਾਮ ਲਗਾਇਆ। ਨਾਲ ਹੀ ਸੁਵਿਧਾ ਕੇਂਦਰਾਂ ਦੇ ਉੱਤੇ ਰੰਗ ਫੇਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ। ਤੇ ਇਹ ਆਮ ਆਦਮੀ ਪਾਰਟੀ ਨੇ ਉਹ ਸੁਵਿਧਾ ਕੇਂਦਰਾਂ ਦੀ ਬਿਲਡਿੰਗਾਂ ਦੇ ਉੱਤੇ ਰੰਗ ਮਾਰ ਕੇ ਉਹਨਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਕਨਵਰਟ ਕੀਤਾ। ਅਸੀਂ ਇਹ ਸਦਾ ਹੀ ਸਵਾਲ ਕਰਦੇ ਹਾਂ ਕਿ ਜਿਹੜੀਆਂ ਫਿਰ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੇ ਉਹਨਾਂ ਨੂੰ ਹੀ ਸੁਚਾਰੂ ਰੂਪ ਨਾਲ ਚਲਾ ਲਓ। ਉਧਰ ਕਾਂਗਰਸ ਵੀ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤੰਜਮਈ ਅੰਦਾਜ਼ ਦੇ ਵਿੱਚ ਟਵੀਟ ਕੀਤਾ ਤੇ ਲਿਖਿਆ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਕਲੀਨਿਕ ਦੀ ਲਾਗਤ
5 ਲੀਟਰ ਪੇਂਟ, 2 ਪੇਂਟਰ, ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ। ਇਸ ਸਭ ਤੋਂ ਵੱਧ ਪਾਰਟੀ ਦੇ ਨਾਮ ਤੇ ਕਲੀਨਿਕ। ਆਮ ਤੌਰ ਤੇ ਕਲੀਨਿਕ ਦਾ ਨਾਮ ਪਿੰਡ ਦੇ ਨਾਮ ਦੇ ਉੱਤੇ ਰੱਖਿਆ ਜਾਂਦਾ ਹੈ, ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਦੇ ਵਿੱਚ ਨਹੀਂ। ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਤਾਂ ਸਰਕਾਰ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸ ਰਹੀ ਹੈ ਤੇ ਪਲਟਵਾਰ ਵੀ ਕਰ ਰਹੀ ਹੈ। ਤਾਂ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਪਰ ਇਹ ਇਸ ਤੋਂ ਪਹਿਲਾਂ ਹੀ ਇਸ ਸਮੇਂ ਪੰਜਾਬ 'ਚ ਸਿਆਸਤ ਖੂਬ ਹੋ ਰਹੀ ਹੈ। ਅੱਗੇ ਵਧਦੇ ਤੇ ਗੱਲ ਸਰਕਾਰੀ ਹਸਪਤਾਲ ਦੀ ਕਰਾਂਗੇ। ਸਰਕਾਰੀ ਹਸਪਤਾਲ ਮੋਰਿੰਡਾ ਦੇ ਵਿੱਚ, ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਕਸਬਾ ਮੋਰਿੰਡਾ ਦੇ ਵਿੱਚ ਸਿਹਤ ਮੰਤਰੀ ਉੱਥੇ ਪਹੁੰਚ ਗਏ, ਪਰ ਹਸਪਤਾਲ ਦੀ ਹਾਲਤ ਦੇਖ ਕੇ ਮੰਤਰੀ ਸਾਹਿਬ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਸਰਕਾਰੀ ਹਸਪਤਾਲ ਦੇ ਅਧਿਕਾਰੀ ਹੱਥ ਦੇ ਵਿੱਚ ਗੁਲਦਸਤਾ ਲੈ ਕੇ ਸਿਹਤ ਮੰਤਰੀ ਚੌੜਾ ਮਾਜਰਾ ਦਾ ਸਵਾਗਤ ਕਰਨ ਦੇ ਲਈ ਖੜੇ ਸਨ, ਪਰ ਜਦੋਂ ਮੰਤਰੀ ਸਾਹਿਬ ਹਸਪਤਾਲ ਆਏ ਤਾਂ ਉਹਨਾਂ ਨੇ ਗੁਲਦਸਤਾ ਤਾਂ ਬਾਅਦ ਦੇ ਵਿੱਚ ਫੜਿਆ, ਪਹਿਲਾਂ ਐਸਡੀਐਮ ਅਤੇ ਅਧਿਕਾਰੀਆਂ ਨੂੰ ਝਾੜ ਪਾ ਦਿੱਤੀ। ਕੋਈ ਸਾਡੇ ਕੋਲ ਸਫਾਈ ਸੇਵਕ ਹੈ ਸਰ, ਮੇਰੀ ਬੇਨਤੀ ਹੈ ਨਗਰ ਕੌਂਸਲ ਤੋਂ ਲਓ, ਐਸਡੀਐਮ ਸਾਹਿਬ ਤੁਹਾਡੇ ਲਵੇ ਖੜੇ, ਉਹਨਾਂ ਨੂੰ ਕਹੋ ਬਦਲਵੇਂ ਪ੍ਰਬੰਧ ਕਰਕੇ ਦੇਣਗੇ। ਦਰਅਸਲ ਮੰਤਰੀ ਸਾਹਿਬ ਦੇ ਗੁੱਸੇ ਦੀ ਵਜ੍ਹਾ ਹਸਪਤਾਲ 'ਚ ਬਣੇ ਰੂੜੀ ਵਰਗੇ ਹਾਲਾਤ ਸੀ, ਜਿੱਥੇ ਪਲੇਟਾਂ ਦੇ ਢੇਰ ਲੱਗੇ ਹੋਏ ਨੇ, ਸਫਾਈ ਦਾ ਕੋਈ ਇੰਤਜ਼ਾਮ ਨਹੀਂ ਤੇ ਨਾ ਹੀ ਉੱਥੇ ਘਾਹ ਵੱਢਿਆ ਗਿਆ ਹੈ। ਤੁਸੀਂ ਆਪ ਹੀ ਦੇਖੋ, ਇਹਨੂੰ ਕੌਣ ਕਹੂਗਾ ਵੀ ਚੱਕਿਆ ਜਾਊਗਾ 1:30 ਵਜੇ? ਤਾਂ ਐਂ ਲੱਗਦਾ ਜਿਵੇਂ ਕਿ ਹਸਪਤਾਲ 'ਚ ਲੋਕ ਤਾਂ ਬਿਮਾਰੀਆਂ ਦੂਰ ਕਰਨ ਦੇ ਲਈ ਆਉਂਦੇ ਨੇ, ਪਰ ਸਾਬਕਾ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਬਿਮਾਰੀਆਂ ਨੂੰ ਕਿਤੇ ਨਾ ਕਿਤੇ ਸੱਦਾ ਦੇ ਰਿਹਾ ਹੈ। ਆ ਦੇਖੋ ਸਾਰਾ ਗੱਲ ਮਰ ਗਿਆ ਜਿਹੜਾ ਹੈਗਾ ਨਾ, ਆ ਜਿਹੜਾ ਹੈਗੇ ਨੇ ਆ ਸਾਰਾ ਆਲਾ ਦੁਆਲਾ ਜਦ ਤੱਕ ਹਸਪੀਟਲ ਦਾ ਸਾਫ਼ ਨਹੀਂ ਹੈ, ਇਹਦਾ ਮਤਲਬ ਹੈ ਇੱਧਰ ਕੁਝ ਨਹੀਂ। ਖੈਰ ਮੰਤਰੀ ਸਾਹਿਬ ਦੀ ਝਾੜ ਕਿੰਨਾ ਕੁ ਕੰਮ ਕਰਦੀ ਹੈ ਔਰ ਕਿੰਨੀ ਕੀ ਸਫਾਈ ਇਸ ਹਸਪਤਾਲ ਦੇ ਵਿੱਚ ਹੁੰਦੀ ਹੈ, ਸਿਰਫ ਮੋਰਿੰਡਾ ਦੇ ਵਿੱਚ ਨਹੀਂ ਬਲਕਿ ਸੂਬੇ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ, ਕਿਉਂਕਿ ਜਦੋਂ ਮੰਤਰੀ ਸਾਹਿਬ ਪਹੁੰਚਣ, ਝਾੜ ਪਾਉਣ ਤੇ ਕਹਿਣ ਕਿ ਸਫਾਈ ਹੋਣੀ ਚਾਹੀਦੀ ਹੈ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਲੋਕਾਂ ਦੇ ਲਈ ਸਿੰਗਲ ਯੂਜ਼ ਪਲਾਸਟਿਕ ਬੈਨ ਹੈ, ਪਰ ਹੁਸ਼ਿਆਰਪੁਰ ਦੇ ਵਿੱਚ ਕੁਝ ਅਜਿਹਾ ਹੋਇਆ ਕਿ ਲੋਕ ਪੁੱਛ ਰਹੇ ਨੇ ਕਿ ਕਾਇਦੇ ਕਾਨੂੰਨ ਕੀ ਸਿਰਫ ਸਾਡੇ ਲਈ ਨੇ? ਪਹਿਲੀ ਜੁਲਾਈ ਤੋਂ ਕੇਂਦਰ ਤੇ ਵਾਤਾਵਰਣ ਮੰਤਰਾਲੇ ਨੇ ਸਿੰਗਲ ਯੂਜ਼ ਪਲਾਸਟਿਕ ਤੇ ਬੈਨ ਲਗਾ ਦਿੱਤਾ ਹੋਇਆ ਹੈ। ਇਹ ਸਿੰਗਲ ਯੂਜ਼ ਭਾਵੇਂ ਲਿਫਾਫੇ ਹੋਣ ਜਾਂ ਫਿਰ ਡਿਸਪੋਜ਼ੇਬਲ ਪਲੇਟਾਂ, ਗਲਾਸ, ਚਮਚੇ ਹੋਣ ਜਾਂ ਫਿਰ ਕੁਝ ਹੋਰ, ਇੱਕ ਵਾਰ ਵਰਤਿਆ ਜਾਣ ਵਾਲਾ ਪਲਾਸਟਿਕ ਬੈਨ ਹੈ। ਇਹ ਸਭ ਪਹਿਲੀ ਜੁਲਾਈ ਤੋਂ ਕੇਂਦਰ ਨੇ ਬੈਨ ਕਰ ਰੱਖਿਆ ਹੈ। ਪੰਜਾਬ ਸਰਕਾਰ ਨੇ ਵੀ ਬਕਾਇਦਾ ਨੋਟਿਸ ਜਾਰੀ ਕੀਤਾ, ਦੁਕਾਨਦਾਰਾਂ ਦੇ ਚਲਾਨ ਵੀ ਹੋਏ, ਪਰ ਪੰਜਾਬ ਦੇ ਕੈਬਨਿਟ ਮੰਤਰੀ ਖੁਦ ਇਸ ਰੂਲ ਨੂੰ ਅਣਦੇਖਾ ਕਰਦੇ ਹੋਏ ਦਿਖੇ। ਥਾਂ ਸੀ ਹੁਸ਼ਿਆਰਪੁਰ, ਜਿੱਥੇ ਅੰਬਾਂ ਵਾਲਾ ਮੇਲਾ ਲੱਗਿਆ ਹੋਇਆ ਸੀ। ਮੰਤਰੀ ਕੁਲਦੀਪ ਧਾਲੀਵਾਲ ਵੀ ਮਜ਼ੇ ਦੇ ਨਾਲ ਅੰਬਾਂ ਦਾ ਸਵਾਦ ਲੈ ਰਹੇ ਸਨ, ਪਰ ਨਾਲ ਪਏ ਡਿਸਪੋਜ਼ੇਬਲ ਗਲਾਸ ਮੰਤਰੀ ਸਾਹਿਬ ਦੀਆਂ ਅੱਖਾਂ ਤੋਂ ਓਲੇ ਰਹੇ। ਹਾਲਾਂਕਿ ਜਦੋਂ ਇਸ ਬਾਬਤ ਸਵਾਲ ਹੋਏ ਤਾਂ ਫੌਰਨ ਡਿਸਪੋਜ਼ੇਬਲ ਗਲਾਸਾਂ ਨੂੰ ਹਟਾ ਦਿੱਤਾ ਗਿਆ ਤੇ ਮੰਤਰੀ ਜੀ ਨੇ ਕਾਰਵਾਈ ਦੀ ਗੱਲ ਕਹਿ ਕੇ ਫਿਰ ਪੱਲਾ ਵੀ ਛੁਡਵਾਇਆ। ਤੁਹਾਡੇ ਇਸ ਫੰਕਸ਼ਨ ਦੇ ਵਿੱਚ ਪਲਾਸਟਿਕ ਦੇ ਯੂਜ਼ ਕੀਤਾ ਗਿਆ। ਹਾਂ, ਤੁਹਾਡੇ ਇਸ ਫੰਕਸ਼ਨ ਦੇ ਵਿੱਚ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ, ਜਦ ਕਿ ਸਰਕਾਰ ਨੇ ਪਲਾਸਟਿਕ ਕਰਤਾ ਹੈ। ਲੋਕਾਂ ਦੇ ਚਲਾਨ ਕੱਟੇ ਜਾ ਰਹੇ। ਕਿੱਥੇ ਜੀ? ਮੈਂ ਤਾਂ ਅੰਬ ਦੇ ਚਾਰ ਨਾਲ ਰੋਟੀ ਖਾਧੀ। ਜਿਹੜਾ ਸਰਵ ਹੋਇਆ ਸਾਰਾ ਪਲਾਸਟਿਕ ਦੇ ਸਮਾਨ ਸੀ। ਮੈਨੂੰ ਪਤਾ ਨਹੀਂ, ਉਹ ਪ੍ਰਬੰਧਕਾਂ ਨੂੰ ਪੁੱਛੋ, ਪਰ ਮੈਂ ਤਾਂ ਸੱਜੀ ਆ ਦੇਖੋ ਅੰਬ ਚੁੱਪੇ ਜੇ ਤੇ ਪਰੌਠਾ ਚਾਰ ਨਾਲ ਖਾਦਾ ਜੇ, ਨਾਲ ਠੰਡਾ ਖਾਦਾ ਜੇ। ਜੇ ਮੈਂ ਪਲਾਸਟਿਕ ਖਾਧੀ ਆ ਤਾਂ ਦੱਸ ਦਿਓ ਭਰਾ। ਆਮ ਲੋਕਾਂ ਦੇ ਚਲਾਨ ਕੱਟੇ ਜਾ ਰਹੇ, ਅਫਸਰ ਕਿਉਂ ਨਹੀਂ ਫੋਲੋ ਕਰ ਰਹੇ? ਨਹੀਂ ਕੋਈ ਨਹੀਂ, ਉਹਨਾਂ ਨੂੰ ਕਹਿੰਦੇ ਕਿ ਫਾਲੋ ਕਰ ਲਓ ਯਾਰ, ਕਾਂਗੇ। ਖੈਰ ਜਦੋਂ ਆਮ ਲੋਕਾਂ ਦੇ ਚਲਾਨ ਕੱਟੇ ਜਾਣ, ਖਾਸ ਤੌਰ ਤੇ ਰੇੜੀ ਫੜੀ ਵਾਲਿਆਂ ਦੇ ਵੀ ਚਲਾਨ ਹੋ ਰਹੇ ਹੁਣ ਹਜ਼ਾਰਾਂ ਰੁਪਏ ਦੇ, ਔਰ ਮੰਤਰੀ ਸਾਹਿਬ ਦੇ ਸਮਾਗਮ ਦੇ ਵਿੱਚ ਧੜੱਲੇ ਦੇ ਨਾਲ ਪਲਾਸਟਿਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਸੰਗਰੂਰ ਦੇ ਵਿੱਚ ਬੇਰੁਜ਼ਗਾਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪੀਟੀਆਈ ਯੂਨੀਅਨ ਦੇ ਵੱਲੋਂ ਸੀਐਮ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕੀਤਾ, ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਕਰੀਬ 100 ਮੀਟਰ ਦੂਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੈਰੀਕੇਡਿੰਗ ਕੀਤੀ ਹੋਈ ਸੀ, ਪਰ ਬੇਰੋਜ਼ਗਾਰ ਪੀਟੀ ਯੂਨੀਅਨ ਦੇ ਵੱਲੋਂ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਲਾਠੀ ਦੇ ਸਹਾਰੇ ਰੋਕਿਆ, ਪਰ ਬੇਰੋਜ਼ਗਾਰ ਪੀਟੀ ਯੂਨੀਅਨ ਦਾ ਰੋਸ ਵਧਦਾ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਝੜਪ ਵੀ ਹੋ ਗਈ। ਜਦੋਂ ਨਹੀਂ ਰੁਕੇ ਤਾਂ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਗਿਆ। ਐਦਾਂ ਪਾਲੇ ਅਸੀਂ ਹੁਣ ਉੱਠ ਕੇ ਜਾਵਾਂਗੇ। ਜਿਹੜੇ ਕਹਿੰਦੇ ਸੀ ਟੈਂਕੀ ਤੋਂ ਉੱਤਰ ਜੋ ਸਭ ਤੋਂ ਪਹਿਲਾਂ ਰੁਜ਼ਗਾਰ ਦੇਾਂਗੇ, ਹੁਣ ਇਹ ਉਹੀ ਭਗਵੰਤ ਮਾਨ ਨੇ ਜਿਹੜੇ ਬੱਚਿਆਂ ਦੇ ਲਾਸ਼ਾਂ ਪਾ ਰਹੇ ਨੇ, ਪੈਟਰੋਲ ਪਵਾ ਰਹੇ ਨੇ। ਵਰਦੇ ਪਾਣੀ ਦੇ ਵਿੱਚ ਵੀ ਬੇਰੋਜ਼ਗਾਰ ਵਰਕਰ ਨਹੀਂ ਰੁਕੇ। ਜਿਵੇਂ ਜਿਵੇਂ ਪਾਣੀ ਦੀਆਂ ਬਛਾਣਾ ਤੇਜ਼ ਹੋ ਰਹੀਆਂ ਸਨ, ਉਵੇਂ ਉਵੇਂ ਪ੍ਰਦਰਸ਼ਨਕਾਰੀਆਂ ਦੇ ਨਾਅਰੇ ਵੀ ਤੇਜ਼ ਹੁੰਦੇ ਨਜ਼ਰ ਆ ਰਹੇ ਸੀ।
बेशक गर्मी का मौसम है पर बहुत पानी का इस्तेमाल किया गया। खैर उत्थे झड़प भी हुंदी हुई नजर आई। अपनियां मंगां नूं लैके प्रदर्शन जदों प्रदर्शनकारी कर रहे होण ते उन्हां दे उत्ते पानी दीयां बुछाड़ां सुੱਟੀਆਂ जाण या पुलिस दे नाल उन्हां दी धक्का मुक्की होवे और मुख मंत्री दे शहर दे विच फिर फर्क तां पैंदा है। उधर 100 दिनों तो विधान सभा स्पीकर कुलतार संधवा के घर के बाहर बैठे पावरकॉम के मीटर रीडर यूनियन के प्रदर्शनकारी मीटर रीडर यूनियन आजाद के वलों हुण मोर्चे का स्थान बदल लिया गया। यह मोर्चा हुण जंडियाला गुरु दे विच बिजली मंत्री के दफ्तर के बाहर लगाया गया है। उही नारे उही लोग, बस हुण थां बदल गई है ते उसे तरह टेंट लगाया गया। हरभजन सिंह ईडीओ के दफ्तर के अगे मीटर रीडर यूनियन ਦੇ ਆਗੂ ਧਰਨੇ ਤੇ ਬੈਠ ਗਏ। ਜੇ ਸਾਨੂੰ ਇਹ ਬਿਲਿੰਗ ਮਹਿਕਮੇ ਥਰੂ ਕਰਾਉਂਦੇ ਆ ਕਿਉਂਕਿ ਸਾਡੀ ਪੱਕੇ ਹੋਣ ਦੀ ਮੰਗ ਨਹੀਂ, ਅਸੀਂ ਸਿਰਫ ਇਹੀ ਕਹਿੰਦੇ ਆ ਭਾਵੇਂ ਸਾਨੂੰ ਠੇਕੇ ਦੇ ਆਧਾਰ ਤੇ ਭਾਵੇਂ ਡੇਲੀ ਬੇਸ ਤੇ ਆਧਾਰ ਤੇ ਉਹ ਸਾਨੂੰ ਮਹਿਕਮੇ ਦੇ ਥਰੂ ਬਿਲਿੰਗ ਕਰਾਈ ਜਾਵੇ। ਇਹਦੇ ਵਿੱਚ ਸਾਨੂੰ ਵੀ ਫਾਇਦਾ ਹੋਊਗਾ, ਜਿਹੜੀ ਸਾਡੀ ਸਮੇਂ ਸਿਰ ਤਨਖਾਹ ਆਊਗੀ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਜਦੋਂ ਸਪੀਕਰ ਸਾਹਿਬ ਦੇ ਘਰ ਬਾਹਰ ਬੈਠੇ ਸਾਂ ਤਾਂ ਉਹਨਾਂ ਨੇ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਤਨਖਾਹ ਵਧਾਈ। ਸਾਡੀ ਇੱਕ ਵਾਰੀ ਮੀਟਿੰਗ ਬਿਜਲੀ ਮੰਤਰੀ ਸਾਹਿਬ ਨਾਲ, 2 ਵਾਰੀ ਇੱਥੇ ਜੰਡਿਆਲੇ ਗੁਰੂ ਮੀਟਿੰਗ ਹੋਈ ਆ ਤੇ ਇੱਕ ਵਾਰੀ ਸਾਡੀ ਮੋਹਾਲੀ PSTCL ਦੇ ਆਫਿਸ ਉੱਥੇ ਮੀਟਿੰਗ ਹੋਈ ਆ। ਉੱਥੇ ਵੀ ਸਾਨੂੰ ਕੋਈ ਮਤਲਬ ਕਿਸੇ ਨੇ ਕੋਈ ਭਰੋਸਾ ਤੱਕ ਕੀ, ਉੱਥੇ ਵੀ ਸਾਨੂੰ ਸਾਫ਼ ਇਨਕਾਰ ਕਰਤਾ, ਤੁਹਾਡਾ ਜੇ ਕੰਮ ਨਹੀਂ ਬਣ ਸਕਦਾ, ਲਾਰੇ ਲੱਪੇ ਇਦਾਂ। ਮੀਟਰ ਰੀਡਰਾਂ ਦਾ ਕਹਿਣਾ ਹੈ ਕਿ ਜਿਸ ਨਿੱਜੀ ਕੰਪਨੀ ਦੇ ਵਿੱਚ ਉਹ ਕੰਮ ਕਰਦੇ ਨੇ ਉੱਥੋਂ ਵੀ ਜਵਾਬ ਦੇ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ। यार दावा किया जा रहा है प्रदर्शनकारियों के वलों कि सानू तो वादा किया गया कि तुहानू नौकरी मिलेगी। खैर वादे के विचाले यह भी होया जो इन्हों का दावा है कि उन्होंने तो रोजगार चला गया। जिस प्राइवेट कंपनी लिए वो काम कर रही थी उस कंपनी ने भी हुण इन्हों कढ़ दिता है। तो रोजी रोटी का सवाल बहुत बड़ा है और इस विचाले हुण सरकार की एक्शन लैंदी है देखना होगा। उधर साबका कांग्रेस मंत्री संगत सिंह गिलजियां की गिरफ्तारी ते 13 सितंबर तक रोक लगा दी गई। पिछली सुनवाई दे विच हाई कोर्ट ने सरकार तो केस की स्टेटस रिपोर्ट मांगते हुए गिरफ्तारी के उत्ते 25 जुलाई तक रोक लगा दी सी। हाई कोर्ट ने उसी दिन साबका मंत्री नूं अंतरिम राहत दी सी। हुण सरकार ने जवाब दाखिल करने के लिए समा मंगिया है, जिस तो बाद हाई कोर्ट ने 2 हफ्ते दे विच जवाब देने के लिए कहा है अते गिलजियां की गिरफ्तारी ते 13 सितंबर तक रोक लगा दी गई है। दस दिए कि विजिलेंस ब्यूरो ने कांग्रेस सरकार के समय हुए जंगलात घोटाले दे विच मोहाली च एक केस दर्ज किया। इस दे विच साबका मंत्री साधु सिंह धर्मसोत नूं गिरफ्तार किया जा चुका है। इसी मामले संगत सिंह गिलजिया नूं भी नामजद किया गया है। जिवें केस दे विच नाम होने की भिनक लगी तां गिलजिया अंडरग्राउंड हो गए, जिस तो बाद उन्होंने हाई कोर्ट दे विच पटीशन दाखिल कर दी। इस मामले च विजिलेंस ने साबका मंत्री संगत सिंह गिलजिया के भतीजे दलजीत गिलजिया नूं भी चंडीगढ़ तो गिरफ्तार किया सी। गिरफ्तारी की तलवार तो लाजमी तौर पर साबका मंत्री के उत्ते लटक रही है पर फिलहाल 13 सितंबर तक जरूर राहत मिल चुकी है। हुण अगली खबर का रुख करते हैं। खबर है श्री हरगोबिंदपुर तो। श्री हरगोबिंदपुर के विधायक चेतावनी दे रहे हैं ते चेतावनी दी जा रही है मुलाजमान। विधायक साहब ने सब तहसील दे विच चैकिंग की ते इस चैकिंग दौरान सरकारी अधिकारियों नूं उन्होंने ताड़ना भी की। ताड़ना की कि जेकर काम दे विच किसी तरह की भी कोई भी कोताही वरती गई तो फिर तबादला हो जाएगा। तबादला श्री हरगोबिंदपुर तो सीधा बठिंडा दा। श्री हरगोबिंदपुर तो आम आदमी पार्टी के विधायक एडवोकेट अमरपाल सिंह दे वल्लों यह ताड़ना जिहड़े उत्थे सरकारी मुलाजम सी उन्हां नूं कीती गई। कोई मुश्किल आउंदी है तो मैनू दसो जी, ते जे मेरी पब्लिक नूं मुश्किल आई तो फिर मैं वो करांगा जो तुसीं सोच भी नहीं सकना। अगे तो मैं ये कहना भी जिथे तुसीं कहने उत्थे बदली मैं करा दूंगा, जिथे तुसीं कहोगे जिहड़ा स्टेशन लेना ले लो, मैं ये कहना फिर मैं स्टेशन अपनी मर्जी नाल दूंगा बठिंडे का ते जां फिर नहीं कर सकता मैं होर तरीके नाल, मैं किसी नूं माफ तो देना नहीं। ਇਹ ਚੀਜ਼ ਦਾ ਧਿਆਨ ਰੱਖਣਾ ਹੈ ਖਾਸ ਕਰਕੇ ਤੇ ਜੇ ਤੁਹਾਨੂੰ ਕੋਈ ਤਾਂ ਵਿਧਾਇਕ ਸਾਹਿਬ ਦੱਸ ਰਹੇ ਨੇ ਕਿ ਮੈਨੂੰ ਗੁੱਸਾ ਵੀ ਆ ਸਕਦਾ ਹੈ। ਇਹੀ ਕਹਿਣ ਦਾ ਉਹਨਾਂ ਦੇ ਮਤਲਬ ਹੈ ਤੇ ਇਹ ਵੀ ਕਹਿ ਰਹੇ ਨੇ ਕਿ ਜੇਕਰ ਮੈਂ ਫਿਰ ਐਕਸ਼ਨ ਲਵਾਂਗਾ ਤਾਂ ਮੇਰਾ ਐਕਸ਼ਨ ਤੁਸੀਂ ਅੰਦਾਜ਼ਾ ਲਗਾ ਲਓ। ਖੈਰ ਬਦਲੀ ਵੀ ਕਰਵਾ ਦਿੰਦੇ ਨੇ ਵਿਧਾਇਕ ਸਾਹਿਬ। ਇਹ ਵੀ ਉਹਨਾਂ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਬੋਲੋ ਬਦਲੀ ਚਾਹੀਦੀ ਕਿੱਥੇ ਹੈ ਪਰ ਕੰਮ ਜ਼ਰੂਰ ਤੁਸੀਂ ਕਰਦੇ ਰਹੋ। ਖੈਰ ਜਦੋਂ ਵਿਧਾਇਕ ਸਾਹਿਬ ਸਖਤ ਲਹਿਜ਼ੇ ਦੇ ਵਿੱਚ ਚੇਤਾਵਨੀ ਦੇਣ ਸਰਕਾਰੀ ਮੁਲਾਜ਼ਮਾਂ ਨੂੰ ਫਿਰ ਫਰਕ ਤਾਂ ਪੈਂਦਾ ਹੈ। उधर फिरोजपुर पुलिस के एक इंस्पैक्टर और 2 कांस्टेबल नूं बर्खास्त कर दिता गया।
ਕਿ ਫਿਰੋਜ਼ਪੁਰ ਦੇ ਵਿੱਚ ਕੁਝ ਦਿਨ ਪਹਿਲਾਂ 2 ਨਸ਼ਾ ਤਸਕਰਾਂ ਨੂੰ 1 ਕਿਲੋ ਹੈਰੋਇਨ ਅਤੇ 5 ਲੱਖ ਦੀ ਡਰਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਪਰ ਇਲਜ਼ਾਮ ਨੇ ਕਿ ਇਹਨਾਂ ਨਸ਼ਾ ਤਸਕਰਾਂ ਦੇ ਕੋਲੋਂ 86 ਲੱਖ ਰੁਪਏ ਸਨ ਜੋ 5 ਲੱਖ ਰਹਿ ਗਏ। ਅੱਜ ਪੰਜਾਬ ਪੁਲਿਸ ਨੇ 3 ਪੁਲਿਸ ਆਫੀਸਰਸ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਹੈ ਆਰਟੀਕਲ 311 ਦੇ ਵਿੱਚ in light of directions from the chief minister on zero tolerance towards corruption। ਇਹ 3 ਪੁਲਿਸ ਅਫਸਰ ਫਿਰੋਜ਼ਪੁਰ ਡਿਸਟ੍ਰਿਕਟ ਦੇ ਸੀਗੇ। ਇਹਨਾਂ ਨੇ 2 ਲੋਕਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ ਸੀ ਇਨ ਐਨ NDPS ਡਰਗ ਕੇਸ ਤੇ ਉਹਨਾਂ ਤੋਂ ਹਿਊਜ ਅਮਾਉਂਟ ਆਫ ਮਨੀ ਐਕਸਟੋਰਟ ਕੀਤਾ ਸੀ। ਮਾਮਲੇ ਨੇ ਤੂਲ ਫੜਿਆ ਤਾਂ ਪੁਲਿਸ ਦੇ ਵੱਡੇ ਅਧਿਕਾਰੀ ਰਡਾਰ ਦੇ ਉੱਤੇ ਆ ਗਏ। ਹੁਣ ਇਹਨਾਂ ਦੇ ਖਿਲਾਫ ਹੀ ਥਾਣੇ ਦੇ ਵਿੱਚ ਮਾਮਲਾ ਦਰਜ ਹੋ ਗਿਆ ਹੈ। ਇਸ FIR ਦੇ ਵਿੱਚ 4 ਪੁਲਿਸ ਅਧਿਕਾਰੀਆਂ ਦੇ ਨਾਮ ਨੇ। ਮਾਮਲੇ ਦੀ ਜਾਂਚ ਦੇ ਲਈ SIT ਵੀ ਬਣਾ ਦਿੱਤੀ ਗਈ ਹੈ। ਤਾਂ ਸਵਾਲ ਬਹੁਤ ਸਾਰੇ ਉੱਠ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ SIT ਬਣਾਈ ਗਈ ਹੈ ਤੇ ਇਸ ਵਿਚਾਲੇ 3 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਲਜ਼ਾਮ ਬਹੁਤ ਗੰਭੀਰ ਨੇ ਕਿ ਬਰਾਮਦਗੀ ਕੁਝ ਹੈ, ਦਿਖਾਇਆ ਕੁਝ ਹੋਰ ਜਾ ਰਿਹਾ ਹੈ ਤੇ ਜਿਹੜੇ ਪਰਚਾ ਪਾਇਆ ਗਿਆ ਉਸ ਦੇ ਉੱਤੇ ਵੀ ਕੁਐਸਚਨ ਮਾਰਕ ਖੜਾ ਹੋ ਰਿਹਾ। ਖੈਰ, ਜਦੋਂ ਖਾਕੀ ਦੇ ਉੱਤੇ ਸਵਾਲ ਉੱਠਣ ਔਰ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੀ ਸੁਰੱਖਿਆ ਦੀ ਤੇ ਉਹਨਾਂ ਦੇ ਉੱਤੇ ਹੀ ਘਪਲੇ ਦੇ ਜਾਂ ਫਿਰ ਇਸ ਤਰੀਕੇ ਦੇ ਇਲਜ਼ਾਮ ਲੱਗਣ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਖਬਰ ਲੁਧਿਆਣਾ ਤੋਂ। ਲੁਧਿਆਣਾ ਅਦਾਲਤ ਦੇ ਵਿੱਚ ਬੰਬ ਬਲਾਸਟ ਮਾਮਲੇ ਦੇ ਵਿੱਚ ਅੰਮ੍ਰਿਤਸਰ STF ਨੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ। ਬਲਵਿੰਦਰ ਸਿੰਘ ਨਾਮ ਦੇ ਸ਼ਖਸ ਨੂੰ STF ਨੇ ਗ੍ਰਿਫਤਾਰ ਕੀਤਾ ਹੈ ਤੇ ਇਸ ਨੇ ਹੀ ਲੁਧਿਆਣਾ ਅਦਾਲਤ ਬੰਬ ਬਲਾਸਟ ਦੇ ਲਈ ਬੰਬ ਪਾਕਿਸਤਾਨ ਤੋਂ ਮੰਗਵਾਇਆ ਸੀ। ਪੁਲਿਸ ਨੇ ਇਸ ਦੇ ਕੋਲੋਂ 3 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਇੱਕ ਤਾਂ ਜਿੱਥੇ ਲੁਧਿਆਣਾ ਜਿਹੜਾ ਕੋਰਟ ਵਿੱਚ ਬਲਾਸਟ ਹੋਇਆ ਸੀ OID ਪਲੱਸ ਇਹਦੇ ਨਾਲ ਇਹਨਾਂ ਦਾ ਇੱਕ ਬੜਾ ਵੱਡਾ ਨੈਟਵਰਕ ਜਿਹੜਾ ਉਹ ਫੈਲਿਆ ਹੋਇਆ ਸੀ। 3 ਬੰਦੇ ਜਿਹੜੇ ਆ ਉਹ ਪਿਛਲੇ ਦਿਨੀ ਅਸੀਂ ਹੋਰ ਗ੍ਰਿਫਤਾਰ ਕੀਤੇ ਆ, ਜਿਹਦੇ 'ਚ ਇੱਕ ਅਵਤਾਰ ਸਿੰਘ, ਇੱਕ ਗੁਰਅਵਤਾਰ ਸਿੰਘ ਤੇ ਇੱਕ ਬਲਵਿੰਦਰ ਸਿੰਘ। ਦਰਅਸਲ 23 ਦਸੰਬਰ 2021 ਨੂੰ ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਲ ਦੇ ਉੱਤੇ ਜ਼ਬਰਦਸਤ ਧਮਾਕਾ ਹੋਇਆ ਸੀ ਤੇ ਇਸ ਧਮਾਕੇ ਦੇ ਵਿੱਚ ਗਗਨਦੀਪ ਸਿੰਘ ਨਾਮ ਦੇ ਸ਼ਖਸ ਦੀ ਮੌਤ ਹੋ ਗਈ ਸੀ ਜੋ ਕਿ ਧਮਾਕੇ ਦਾ ਮੁੱਖ ਮੁਲਜ਼ਮ ਵੀ ਸੀ। ਤੇ ਇਸ ਮਾਮਲੇ 'ਚ ਪੁਲਿਸ ਹੁਣ ਤੱਕ 10 ਮੁਲਜ਼ਮਾਂ ਨੂੰ 5 ਕਿਲੋ ਹੈਰੋਇਨ, 2 ਪਾਕਿਸਤਾਨੀ ਸਿਮ ਸਣੇ ਗ੍ਰਿਫਤਾਰ ਕਰ ਚੁੱਕੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਅੱਜ ਦੇ ਇਤਿਹਾਸ ਦੀ। 25 ਜੁਲਾਈ ਦਾ ਇਤਿਹਾਸ ਕੀ ਕਹਿੰਦਾ ਹੁਣ ਤੁਹਾਨੂੰ ਦੱਸਾਂਗੇ। 25 ਜੁਲਾਈ ਦਾ ਇਤਿਹਾਸ IVF ਦੇ ਨਾਲ ਜੁੜਿਆ ਹੋਇਆ ਹੈ। 25 ਜੁਲਾਈ 1978 ਨੂੰ IVF ਤਕਨੀਕ ਦੇ ਨਾਲ ਦੁਨੀਆ 'ਚ ਪਹਿਲੇ ਬੱਚੇ ਦਾ ਜਨਮ ਹੋਇਆ ਸੀ। ਜੀ, IVF ਤਕਨੀਕ ਦੇ ਨਾਲ ਪਹਿਲੇ ਬੱਚੇ ਦਾ ਜਨਮ 25 ਜੁਲਾਈ 1978 ਨੂੰ ਹੋਇਆ। ਇੰਗਲੈਂਡ ਦੇ ਓਲਡ ਡੈਮ ਸ਼ਹਿਰ ਦੇ ਵਿੱਚ IVF ਯਾਨੀ ਕਿ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਦੇ ਨਾਲ ਦੁਨੀਆ ਦੇ ਪਹਿਲੇ ਬੱਚੇ ਲੂਈ ਬ੍ਰਾਊਨ ਦਾ ਜਨਮ ਹੋਇਆ ਸੀ। ਲੂਈ ਦਾ ਜਨਮ ਉਹਨਾਂ ਦੇ ਮਾਤਾ-ਪਿਤਾ ਦੇ ਵਿਆਹ ਦੇ 9 ਸਾਲ ਬਾਅਦ ਹੋਇਆ। IVF ਨੂੰ 20ਵੀਂ ਸਦੀ ਦੀ ਸਭ ਤੋਂ ਕ੍ਰਾਂਤੀਕਾਰੀ ਤਕਨੀਕ ਦੇ ਵਿੱਚੋਂ ਇੱਕ ਕਿਹਾ ਜਾਂਦਾ ਹੈ ਜੋ ਇਜਾਦ ਕੀਤੀ ਗਈ। ਲੂਈ ਬ੍ਰਾਊਨ ਦਾ ਜਦੋਂ ਜਨਮ ਹੋਇਆ 1978 ਦੇ ਵਿੱਚ, ਉਸ ਸਮੇਂ ਉਹ ਪੂਰੀ ਤਰ੍ਹਾਂ ਸਿਹਤਯਾਬ ਸੀ। ਮੌਜੂਦਾ ਸਮੇਂ ਦੇ ਵਿੱਚ ਲੂਈ ਬ੍ਰਾਊਨ ਦੀ ਉਮਰ 44 ਸਾਲ ਦੀ ਹੋ ਚੁੱਕੀ ਹੈ। ਅੱਗੇ ਉਹਨਾਂ ਦੇ ਵੀ 2 ਬੱਚੇ ਨੇ। ਇਨਫੈਕਟ ਇਹ ਵੀ ਕਾਬਿਲੇ ਗੌਰ ਹੈ ਕਿ ਲੂਈ ਬ੍ਰਾਊਨ ਦਾ ਜਿਹੜਾ ਫਰਸਟ ਬੇਬੀ ਸੀ ਉਹ ਨੈਚੁਰਲੀ ਹੋਇਆ, ਯਾਨੀ ਕਿ ਉਸ ਨੂੰ ਕੋਈ IVF ਤਕਨੀਕ ਦੀ ਜ਼ਰੂਰਤ ਨਹੀਂ ਪਈ। IVF ਤਕਨੀਕ ਇੰਗਲੈਂਡ ਤੋਂ ਬਾਅਦ, ਕਿਉਂਕਿ ਬ੍ਰਿਟਨ ਤੇ ਇੰਗਲੈਂਡ ਦੇ ਵਿੱਚ ਹੋਈ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪਹੁੰਚੀ ਤੇ ਹਿੰਦੁਸਤਾਨ ਦੇ ਵਿੱਚ ਵੀ IVF ਤਕਨੀਕ ਦੇ ਨਾਲ ਕਈ ਸੰਤਾਨਾਂ, ਕਈ ਜੋੜਿਆਂ ਦੀਆਂ ਜਨਮ ਲੈ ਚੁੱਕੀਆਂ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਇੱਕ ਛੋਟਾ ਜਿਹਾ ਬ੍ਰੇਕ ਦਾ ਹੋ ਚੱਲਿਆ। ਵਾਪਸ ਆਵਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਨਾਲ ਤੇ ਦੱਸਾਂਗੇ ਪੰਜਾਬ ਦੇ ਵਿੱਚ ਹੋਰ ਕੀ ਕੁਝ ਇਸ ਸਮੇਂ ਖਾਸ।